ਤੁਸੀਂ ਸੀਪੀ ਆਫਿਸ ਗਏ ਹੋ, ਉੱਥੇ ਕੀ ਗੱਲਬਾਤ ਹੋਈ ਬੇਟਾ? ਸਾਡੀ ਕੋਈ ਗੱਲ ਨਹੀਂ ਹੋਈ ਸਰ। ਸਾਨੂੰ ਪੁਲਿਸ ਤੇ ਉੱਥੇ ਸਾਡਾ ਕੇਸ ਹੋਇਆ ਵਾ, ਠੀਕ ਹੈ ਸਰ। ਤੇ ਉਹ ਕਹਿੰਦੇ ਤੁਸੀਂ ਡਰਿਓ ਨਾ। ਤੇ ਇੱਕ ਗੱਲ ਮੈਂ ਤੁਹਾਨੂੰ ਕਲੀਅਰਲੀ ਦੱਸ ਦਿੰਦਾ ਸਰ, ਅਸੀਂ ਪਾਰਕ ਦੇ ਵਿੱਚ ਸੀਗੇ, ਠੀਕ ਹੈ। ਸਾਨੂੰ ਡਰਾਉਣ ਲਈ ਉੱਤੇ ਬੰਦੇ ਵੀ ਆਏ ਸੀਗੇ। ਬੇਟਾ ਉਹ ਠੀਕ ਹੈ, ਹੁਣ ਜਿਹੜੇ ਇਹ ਕਹਿ ਰਹੇ ਕਿ 10,000 ਰੁਪਇਆ ਸੀ ਲਿਆ ਤਾਂ 10,000 ਦਾ ਕੱਪੜਾ ਤੁਹਾਨੂੰ ਦੇਤਾ। ਨਹੀਂ ਸਰ, ਕੁਝ ਨਹੀਂ ਦਿੱਤਾ। ਮੈਂ ਕਹਿੰਦਾ 10,000 ਦਾ ਇੰਨਾ ਮਹਿੰਗਾ ਦੇਖੋ, ਰਹੀ ਗੱਲ ਫਰੋਡ ਦੀ, ਫਰੋਡ ਆਪਾਂ ਉਸ ਚੀਜ਼ ਨੂੰ ਕਹਿ ਸਕਦੇ ਜਿਹੜੀ ਚੀਜ਼ ਬੰਦ ਹੋਈ ਪਈ ਹੋਵੇ, ਹੈ ਨਾ, ਪੈਸੇ ਲੈ ਲਏ ਤੇ ਉਹਦਾ ਕੋਈ ਬਦਲੇ ਆਪਾਂ ਦਿੱਤਾ ਨਹੀਂ ਕੁਛ ਵੀ, ਹੈ ਨਾ। ਇੱਥੇ ਸਭ ਤੋਂ ਪਹਿਲਾਂ ਆਪਾਂ ਐਜ਼ ਅ ਡਿਸਟਰੀਬਿਊਟਰ ਲੈਵਲ 'ਤੇ ਕੰਮ ਕਰਦੇ ਹਾਂ। 3 ਦਿਨ ਦੀ ਆਪਣੀ ਟ੍ਰੇਨਿੰਗ ਰਹਿੰਦੀ ਹੈ, ਜਿਹਦੇ ਵਿੱਚ ਆਪਾਂ ਨੂੰ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ ਜਾਂਦੀਆਂ, ਠੀਕ ਆ। ਜਿਹਦੇ ਵਿੱਚ ਆਪਾਂ ਨੂੰ ਜੋ ਤੁਸੀਂ ਕਹਿੰਦੇ ਹੋ ਕਿ ਆਪਾਂ ਨੂੰ ਪੈਸੇ ਲੈ ਲਏ ਕੱਪੜੇ ਨਹੀਂ ਦਿੱਤੇ, ਹੈ ਨਾ, ਇਹ ਚੀਜ਼ ਇੰਪੋਸੀਬਲ ਆ, ਕਿਉਂਕਿ ਆਪਾਂ ਲੀਗਲ ਵੇ ਨਾਲ ਕੰਮ ਕਰ ਰਹੇ ਹਾਂ। ਜੇ ਲੀਗਲ ਵੇ ਨਾਲ ਕੰਮ ਕਰ ਰਹੇ ਹੋ, ਕੋਈ ਵੀ ਕੰਪਨੀ ਬਿਨਾਂ ਪ੍ਰੋਡਕਟ ਤੋਂ ਕੰਮ ਨਹੀਂ ਕਰ ਸਕਦੀ। ਆਪਣੇ ਕੋਲ ਗਾਰਮੈਂਟਸ ਦੇ ਪ੍ਰੋਡਕਟ ਆ, ਠੀਕ ਆ, ਜਿਹਦੇ ਵਿੱਚ ਜਦੋਂ ਵੀ ਬੰਦਾ ਕੋਈ ਵੀ ਇਸ ਕੰਮ ਨੂੰ ਸਟਾਰਟ ਕਰਦਾ, ਉਹਨੂੰ ਸਭ ਤੋਂ ਪਹਿਲਾਂ ਪਤਾ ਹੁੰਦਾ ਕਿ ਆਪਾਂ ਜੇ ਇਸ ਕੰਮ ਨੂੰ ਸਟਾਰਟ ਕਰਨਾ, ਆਪਾਂ 1 ਟਾਈਮ ਲਈ ਪਰਚੇਸ ਕਰਨੀ ਹੈ, ਕਿਉਂਕਿ ਜਿਸ ਬ੍ਰਾਂਡ ਨਾਲ ਆਪਾਂ ਕੰਮ ਕਰ ਰਹੇ ਹਾਂ ਉਸ ਬ੍ਰਾਂਡ ਨੂੰ ਆਪਾਂ ਸੈਲਫ ਯੂਜ਼ ਕਰਨ ਲਈ 1 ਟਾਈਮ ਲਈ ਸੈਲਫ ਯੂਜ਼ ਕਰਨਾ ਪੈਂਦਾ, ਜਿਹਦੇ ਵਿੱਚ ਕੀ ਆ, ਉਹਨੂੰ ਨਾਲ ਦੇ ਨਾਲ ਹੀ ਕੱਪੜਾ ਮਿਲਦਾ ਵਾ। ਜੇ ਉਹ ਆਪ ਕਹਿ ਰਿਹਾ ਤਾਂ ਉਹਨੂੰ ਪਤਾ ਹੋਏਗਾ। ਇੱਕ ਸਮਝਣ ਤੇ ਨਾ ਸਮਝਣ ਦੇ ਵਿੱਚ ਕਮੀਆਂ ਹੋ ਸਕਦੀਆਂ ਹੋਣਗੀਆਂ। ਰਹੀ ਗੱਲ ਜੇ ਕੁਛ ਨਹੀਂ ਦੱਸਿਆ ਗਿਆ, ਇਹ ਇੰਪੋਸੀਬਲ। ਸਰ ਬੱਚਿਆਂ ਵੱਲੋਂ ਕਿਹਾ ਜਾ ਰਿਹਾ ਕਿ ਮਤਲਬ ਕੋਈ ਫਾਰਮ ਸਾਨੂੰ ਦਿੰਦੇ ਨੇ, ਠੀਕ ਹੈ, ਉੱਥੇ ਸਾਡੇ ਕੋਲ ਸਾਈਨ ਕਰਵਾਏ ਜਾਂਦੇ ਨੇ, ਸਾਨੂੰ ਪੜਨ ਵੀ ਨਹੀਂ ਦਿੱਤਾ। ਬੇਮਤਲਬ ਦਾ ਸਾਈਨ ਕੋਈ ਨਹੀਂ ਕਰਵਾ ਸਕਦਾ ਸਰ। ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੇਰੇ ਸਾਹਮਣੇ ਬੈਠੇ ਹੋ, ਮੈਂ ਤੁਹਾਡੇ ਬੇਮਤਲਬ ਦਾ ਸਾਈਨ ਕਰਵਾ ਲੂੰਗਾ। ਮਤਲਬ ਸੱਚ ਕੀ ਹੈਗਾ ਸਰ? ਫਿਰ ਸੱਚ ਮੈਂ ਤੁਹਾਨੂੰ ਦੱਸਦਾ, ਐਜ਼ ਅ ਡਿਸਟਰੀਬਿਊਟਰ ਲੈਵਲ 'ਤੇ ਆਪਾਂ ਕੰਮ ਕਰਦੇ ਹਾਂ, ਜਿਹਦੇ ਵਿੱਚ ਆਪਾਂ ਨੂੰ ਤੇਰੀ ਟ੍ਰੇਨਿੰਗ ਦਿੱਤੀ ਜਾਂਦੀ। ਜੇ ਤੁਹਾਡਾ ਮਨ ਹੈਗਾ, ਤੁਹਾਨੂੰ ਲੱਗਦਾ ਕਿ ਆਪਣਾ ਬੈਨੀਫਿਟ, ਆਪਣਾ ਪ੍ਰੋਫਿਟ ਹੈਗਾ, ਤੁਸੀਂ ਕੰਮ ਨੂੰ ਸਟਾਰਟ ਕਰੋਗੇ, ਅਦਰਵਾਈਜ਼ ਨਹੀਂ ਕਰੋਗੇ। ਉਹਦੇ ਲਈ ਕੋਈ ਪ੍ਰੈਸ਼ਰਾਈਜ਼ਰ ਨਹੀਂ ਹੈ। ਤੁਸੀਂ ਇਸ ਕੰਪਨੀ ਦੇ ਵਿੱਚ ਕੀ ਮੈਨੇਜਰ ਹੋ? एज अ BDM बिजनेस डेवलपमेंट मिनिस्टर दी पोस्ट। सर मेरा नाम कशिश मौर्य है, ठीक है सर। मैं अविन्वो कंपनी में फंस चुकी हूँ सर। वहाँ पे हमें बुलाया गया था ट्रेनिंग लगवाने के लिए, जैसे मतलब अभी आपको बताया गया था कि यहाँ पे ये सब काम हुआ है। तो सर उसमें ये भी था, ज्वाइनिंग के समय में 28 दिन का और एक मतलब नोटिफिकेशन होता है जिसमें सिग्नेचर करवाया जाता है, जो हमें पढ़ने के लिए नहीं दिया जाता। उसमें ये रहता है कि 28 दिन के अंदर हमारे पैसे रिफंड हो जाएंगे, लेकिन वो हमें पढ़ने नहीं देते हैं। 28 दिन तक हमारे साथ रहेंगे, फिर उसके बाद से हमें फिर छोड़ देते हैं, कहते हैं अब तुम बंदे ज्वाइनिंग करो, ठीक है। और जब हम बंदे ज्वाइनिंग करते हैं तो बंदे क्या होते हैं, सबके पास ब्रेन है, ठीक है, उन लोगों के पास दिमाग था, वो लोग काम नहीं किए, सब लोग चले गए। लेकिन हम लोग फंस गए और हमारे पैसे जब मांगते तो वो लोग डायरेक्ट कहते हैं पैसे नहीं मिलेंगे। मेरे 60,000 रुपये हैं। कैश है मेरे पास 20,000 मैंने दिया, ऑनलाइन 40,000 दिए है। ये 40,000 का प्रूफ है ना? पैन कार्ड मेरा नहीं बनाया सर, मेरा फर्जी नहीं है, मेरा पैन कार्ड ओरिजिनल है। आप रीतू कुमारी है। आप कैसे ये कंपनी में आए? हमें एक लड़की ने वहाँ पे बोला कि वहाँ पे बहुत अच्छा काम है, ऑफिस वर्क है, हमें पर बताया नहीं गया था। ऑफिस वर्क बोल के वहाँ पे बोलते हैं कि 3 बंदे लेके आओ, बंदे जोड़ने वाला काम है, और ये हमसे हुआ नहीं तो हम फिर छोड़ दिया। हमें पैसे मांगने लगे तो पैसे बोलते हैं पहले बंदे लेके आओ तभी आपको पैसे मिलेंगे। पैसे किस चीज़ के मांग रहे थे? 18 साल हुआ भी नहीं था, 17 साल की थी। पता नहीं, जाली ये थे। किसने बनाया? सर बनाए थे, विकास सर ने बनाया था। क्या कहते थे? बोलते थे कि आपका पैन कार्ड हो जाएगा, ज्वाइनिंग हो जाएगी। मैं बोल भी रही थी, मना भी कर रही थी, फिर भी बोलते कोई बात नहीं, ज्वाइनिंग हो जाएगी। ਤੇ ਅੱਜ ਤੁਸੀਂ ਬੱਚਿਆਂ ਦੇ ਨਾਲ ਖੜੇ ਹੋ, ਕੀ ਕਹੋਗੇ? ਜੈ ਸ਼੍ਰੀ ਰਾਮ ਜੀ। ਪਹਿਲਾਂ ਸਾਰਿਆਂ ਨੂੰ ਦੇਖੋ, ਮੇਰਾ ਨਾਮ ਹੈਗਾ ਦੀਪਕ ਸ਼ਰਮਾ, ਮੈਂ ਇੱਕ ਸਮਾਜ ਸੇਵਕ ਹਾਂ। ਮੇਰੇ ਨਾਲ ਕੁਝ ਜਿਹੜੇ ਆ ਬੱਚੇ ਆਏ ਆ, ਇਹਨਾਂ 'ਚੋਂ ਕੁਝ ਬੱਚੇ ਮੈਨੂੰ ਜਾਣਦੇ ਆ। ਮੇਰੇ ਕੋਲ ਇੱਕ फ़ोन ਆਇਆ, ਕਹਿੰਦੇ ਜੀ ਸਾਨੂੰ ਕਿਸੇ ਕੰਪਨੀ ਦੇ ਵਿੱਚ ਜੁਆਇਨਿੰਗ ਲਈ ਬੁਲਾਇਆ ਗਿਆ ਸੀਗਾ। ਉਸ ਤੋਂ ਬਾਅਦ ਸਾਡੀ ਟ੍ਰੇਨਿੰਗ ਹੋਈ, ਟ੍ਰੇਨਿੰਗ ਤੋਂ ਬਾਅਦ ਸਾਡੇ ਤੋਂ ਪੈਸੇ ਲਿੱਤੇ ਗਏ, ਜਿਹਦੇ 'ਚੋਂ ਸਾਨੂੰ ਇਹ ਕਿਹਾ ਗਿਆ ਵੀ ਜਿਹੜੇ ਪੈਸੇ ਆ 28 ਦਿਨਾਂ ਦੇ ਵਿੱਚ ਰਿਫੰਡ ਹੋ ਜਾਣਗੇ। ਬਟ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਨੂੰ 15 ਦਿਨ, ਕਿਸੇ ਨੂੰ ਮਹੀਨਾ, ਕਿਸੇ ਨੂੰ 2 ਮਹੀਨੇ ਹੋ ਗਏ ਸੀ ਉਹ ਕੰਪਨੀ ਦੇ ਵਿੱਚ ਲੱਗੇ ਨੂੰ, ਨਾ ਇਹਨਾਂ ਨੂੰ ਕੋਈ ਪੈਸਾ ਮਿਲਿਆ ਨਾ ਕੁਛ। ਤੇ ਜਦੋਂ ਇਹਨਾਂ ਨੇ ਆਪਣੇ ਜਿਹੜੇ ਪੈਸੇ ਜਮ੍ਹਾਂ ਕਰਾਏ ਸੀ ਉਹ ਮੰਗੇ, ਤੇ ਇਹਨਾਂ ਨੂੰ ਉੱਤੋਂ ਦੀ ਧਮਕੀਆਂ ਦਿੱਤੀਆਂ ਗਈਆਂ ਵੀ ਦੇਖੋ ਇਹ ਪੈਸੇ ਤਾਂ ਤੁਹਾਨੂੰ ਮਿਲਣੇ ਨਹੀਂ, ਉਲਟਾ ਤੁਸੀਂ ਹੋਰ ਬੰਦੇ ਲਿਆ ਕੇ ਸਾਡੇ ਕੋਲ ਫਸਾਓ। ਜਿਸ ਹਿਸਾਬ ਨਾਲ ਇਸ ਦੇਸ਼ ਦੇ ਵਿੱਚ ਬੇਰੁਜ਼ਗਾਰੀ ਚੱਲਦੀ ਪਈ ਹੈ, ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਸ ਹਿਸਾਬ ਨਾਲ ਇੱਥੇ ਬੇਰੁਜ਼ਗਾਰੀ ਵੱਧਦੀ ਪਈ ਹੈ, ਇਹੋ ਜਿਹੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਦੇ ਮਾਂ-ਪਿਓ ਦਿਹਾੜੀ ਕਿਸੇ ਦੀ ਮਜ਼ਦੂਰੀ ਕਰਦੇ ਆ, ਕੋਈ ਨੌਕਰੀ ਪੇਸ਼ੇ ਵਾਲਾ ਬੰਦਾ ਹੈਗਾ, ਪਤਾ ਨਹੀਂ ਕਿੱਥੋਂ ਪੈਸੇ ਜੋੜ ਕੇ ਇਹ ਲੋਕ ਉਹਨਾਂ ਨੂੰ ਦਿੰਦੇ ਹੈਗੇ ਆ, ਤੇ ਇਹੋ ਜਿਹੇ ਠੱਗ ਠੋਰ ਕੰਪਨੀਆਂ ਆਉਂਦੀਆਂ ਤੇ ਇਹਨਾਂ ਨੂੰ ਲੁੱਟ ਕੇ ਚਲੀ ਜਾਂਦੀਆਂ। ਤੇ ਮੈਂ ਸਰਕਾਰ ਅੱਗੇ ਵੀ ਇਹੀ ਅਰਦਾਸ, ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ
ਵੀ ਇਹੋ ਜਿਹੀ ਕੰਪਨੀਆਂ ਦੇ ਉੱਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ, ਤਾਂ ਕਿ ਅੱਗੇ ਤੋਂ ਆਉਣ ਵਾਲੀ ਜਿਹੜੀ ਹੈ ਨੌਜਵਾਨ ਪੀੜ੍ਹੀ ਹੈ, ਦੇਖੋ ਇਹ ਹੈਗਾ ਸਾਡੇ ਦੇਸ਼ ਦਾ ਭਵਿੱਖ, ਠੀਕ ਹੈ ਜੀ। ਇਹਨਾਂ ਨੇ ਕਿਸੇ ਨੇ ਗਵਰਨਮੈਂਟ ਜੌਬ ਲਈ ਸੁਪਨੇ ਸੋਚੇ ਸੀ, ਕਿਸੇ ਨੇ ਕੁਝ, ਲੇਕਿਨ ਇਹਨਾਂ ਦਾ ਦਿਮਾਗ ਇੰਨਾ ਕੁ ਜ਼ਿਆਦਾ ਮਾਈਂਡ ਵਾਸ਼ ਕਰਤਾ ਕਿ ਇਹਨਾਂ ਨੂੰ ਉੱਥੇ ਪ੍ਰਾਈਵੇਟ ਆ ਕੰਪਨੀ ਦੇ ਵਿੱਚ ਠੱਗਾ ਵਾਲੀ ਕੰਪਨੀ 'ਚ ਜੁਆਇਨਿੰਗ ਕਰਨੀ ਪਈ। ਤਕਰੀਬਨ ਦੇਖੋ ਜੀ 17-18 ਬੱਚੇ ਇਹ ਹੈ, ਤੇ ਤਕਰੀਬਨ 20 ਤੋਂ 25 ਬੱਚਿਆਂ ਦੀ ਲਿਸਟ ਹੋਰ ਹੈਗੀ ਹੈ ਮੇਰੇ ਕੋਲ, ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ ਤੇ ਕੰਪਨੀ ਦੇ ਵਿੱਚ ਵੀ ਗੱਲ ਕੀਤੀ ਹੈ। ਕੰਪਨੀ ਕਹਿੰਦੀ ਹੈ ਵੀ ਤੁਸੀਂ ਜੋ ਕਰਨਾ ਕਰ ਲਓ, ਅਸੀਂ 50-60 ਲੱਖ ਜੇ ਬੱਚਿਆਂ ਤੋਂ ਇਕੱਠਾ ਕੀਤਾ ਹੈਗਾ, ਜੇ 5-10 ਲੱਖ ਲੈ ਕੇ ਕਾਨੂੰਨੀ ਕਾਰਵਾਈ ਅਸੀਂ ਦਬਾਣੀ ਵੀ ਪੈ ਗਈ ਤਾਂ ਅਸੀਂ ਦਬਾਵਾਂਗੇ। ਜੇ ਇਨ ਕੇਸ ਕਿਸੇ ਦਾ ਕੋਈ ਸੱਟ ਕੋਈ ਨੁਕਸਾਨ ਵੀ ਕਰਨਾ ਪੈ ਗਿਆ ਤੇ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ। ਕੰਪਨੀ ਵੱਲੋਂ ਕਿਹਾ ਜਾ ਰਿਹਾ ਹਾਂਜੀ। ਜਦੋਂ ਮੈਂ ਗੱਲ ਕੀਤੀ ਨਾ, ਉਹਨਾਂ ਨੇ ਇਹ ਕਿਹਾ ਵੀ ਭਾਜੀ ਤੁਸੀਂ ਇਸ ਮੈਟਰ ਤੋਂ ਦੂਰ ਰਹੋ, ਨਹੀਂ ਤਾਂ ਅਸੀਂ ਤੁਹਾਡਾ ਵੀ ਨੁਕਸਾਨ ਕਰਾਂਗੇ, ਠੀਕ ਹੈ ਜੀ। ਤੇ ਜੇ ਸਾਨੂੰ 5-10 ਲੱਖ ਰੁਪਏ ਖਰਚਣਾ ਵੀ ਪੈ ਗਿਆ, ਸਾਨੂੰ ਕੋਈ ਵੱਡੀ ਗੱਲ ਨਹੀਂ ਹੈਗੀ। ਹੁਣ ਕੀ ਬੱਚਿਆਂ ਨੇ ਇਨਸਾਫ ਦੇਖੋ ਅਜੇ ਤਾਂ ਅਸੀਂ ਅੱਜ ਕੰਪਲੇਂਟ ਸੀਪੀ ਸਾਹਿਬ ਨੂੰ ਦੇਣ ਆਏ ਸੀ, ਅੱਜ ਛੁੱਟੀ ਸੀਗੀ, ਅੱਜ ਆਏ ਨਹੀਂ ਸੀਪੀ ਸਾਹਿਬ, ਤੇ ਅਸੀਂ ਮਤਲਬ ਕੱਲ ਇਹਨਾਂ ਦੇ ਉੱਤੇ ਫੇਰ ਕੰਪਲੇਂਟ ਦੇਵਾਂਗੇ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਵੀ ਕਰਾਂਗੇ। ਤੇ ਇਹਦੇ ਨਾਲ ਮੈਂ ਮੀਡੀਆ ਦਾ ਵੀ ਬਹੁਤ ਧੰਨਵਾਦੀ ਹਾਂ, ਜਿਹੜੇ ਕਿ ਇਸ ਗੱਲ ਨੂੰ ਹਾਈਲਾਈਟ ਕਰਦੇ ਪਏ ਆ, ਤੇ ਤਾਂ ਕਿ ਆਉਣ ਵਾਲਾ ਕੋਈ ਨਵਾਂ ਬੱਚਾ ਇਹਨਾਂ ਦਾ ਸ਼ਿਕਾਰ ਨਾ ਹੋਵੇ। ਤੇ ਮੈਂ ਬੱਚਿਆਂ ਨੂੰ ਵੀ ਇਹ ਗੁਜ਼ਾਰਿਸ਼ ਕਰੂੰਗਾ ਹੱਥ ਜੋੜ ਕੇ ਵੀ ਇਹੋ ਜਿਹੀ ਕੰਪਨੀਆਂ ਤੋਂ ਬਚੋ, ਕਿਉਂਕਿ ਇਹ ਲੋਕ ਤੁਹਾਨੂੰ ਵੱਡੇ ਸੁਪਨੇ ਦਿਖਾ ਕੇ ਉਸ ਤੋਂ ਬਾਅਦ ਤੁਹਾਡੇ ਨਾਲ ਠੱਗੀ ਠੋਰੀ ਕਰਕੇ ਤੇ ਇਹ ਲੋਕ ਗਾਇਬ ਹੋ ਜਾਂਦੇ ਆ, ਇਹ ਮੁੜ ਕੇ ਨਜ਼ਰ ਨਹੀਂ ਆਉਂਦੇ ਹੈਗੇ। ਸੋ ਇਹਨਾਂ ਤੋਂ ਬਚੋ। ਇਹਨਾਂ ਨੇ ਸਿਰਫ ਪੈਂਟ ਸ਼ਰਟ ਇੱਕ ਪੈਂਟ ਇੱਕ ਸ਼ਰਟ ਤੇ ਇੱਕ ਟੀ-ਸ਼ਰਟ ਦਿੱਤੀ ਹੈ, ਹੋਰ ਕੁਝ ਦਿੱਤਾ ਨਹੀਂ। ਵੀ 40,000 ਰੁਪਏ ਦੀ ਇੱਕ ਪੈਂਟ ਤੇ ਇੱਕ ਸ਼ਰਟ ਹੁੰਦੀ ਹੈ। ਹੁਣ ਇਹ ਕਹਿ ਰਹੇ ਇੱਕ ਪੈਂਟ ਇੱਕ ਸ਼ਰਟ ਦਿੱਤੀ ਹੈ। ਨਹੀਂ, ਜੇ ਇਹਨਾਂ ਨੇ ਜੁਆਇਨਿੰਗ ਕੀਤੀ, ਇਹਨਾਂ ਨੂੰ ਇਨਵੌਇਸ ਉੱਥੇ ਨਹੀਂ ਮਿਲਿਆ ਤੁਹਾਨੂੰ? ਕੁਝ ਨਹੀਂ ਮਿਲਿਆ ਸਰ, ਕੁਝ ਵੀ ਨਹੀਂ ਮਿਲਿਆ ਸਾਨੂੰ। ਸਰ ਜਦੋਂ ਤੁਸੀਂ ਪੈਸੇ ਦਿੰਦੇ ਸੀਗੇ ਉਦੋਂ ਕੱਪੜਾ ਲਿੱਤਾ ਤੁਸੀਂ, ਜਿੰਨੇ ਪੈਸੇ ਦਿੱਤੇ ਉਹਨੇ ਦਾ ਕੱਪੜਾ ਲਿਆ? ਨਹੀਂ ਸਰ, ਸਾਨੂੰ ਇੱਕ ਪੈਂਟ ਤੇ ਇੱਕ ਸ਼ਰਟ ਹੀ ਦਿੱਤਾ ਵਾ। ਪ੍ਰਾਈਸ ਇਹਨਾਂ ਨੇ ਵਧਾ ਕੇ ਲਾਇਆ ਹੋਇਆ ਸੀ। ਇੰਨੇ ਦੇ ਕਿਤੇ ਵੀ ਮਾਰਕੀਟ 'ਚ ਕਿਤੇ ਵੀ ਕੱਪੜੇ ਨਹੀਂ ਮਿਲਦੇ, ਚਾਹੇ ਤੁਸੀਂ ਬ੍ਰਾਂਡ ਦੇ ਲੈ ਲਓ। ਸ਼ਰਟ ਥੋੜੀ ਨਾ ਹੋਊਗੀ ਸਰ, ਨਾਲੇ ਪਹਿਲੇ ਹਾਂਜੀ ਭਾਜੀ ਉਹ ਇਹਨਾਂ ਦੇ ਆਪਣੇ। ਅੱਛਾ ਪਿੱਛੋਂ ਤੁਸੀਂ ਦੱਸੋ ਭਾਜੀ, ਇਹਨਾਂ ਦਾ ਬ੍ਰਦਰ ਹੀ ਹੈ। ਮੈਨੂੰ ਇਹ ਗੱਲ ਦੱਸੋ, ਤੁਸੀਂ ਜਿਹੜੇ ਤੁਸੀਂ ਬੇਟਾ ਇੱਥੋਂ ਕੱਪੜੇ ਲੈ ਕੇ ਗਏ ਹੋ, ਉਹ ਪੈਂਟ ਕਿੰਨੀ ਸ਼ਰਟ ਜਾਂ ਕਿੰਨਾ ਕੱਪੜਾ ਤੁਹਾਨੂੰ ਮਿਲਿਆ? ਇੱਕ ਪੈਂਟ ਹੈਗੀ ਆ ਸਰ, ਸਾਨੂੰ ਇੱਕ ਜੀਨ ਦੀ ਪੈਂਟ ਦਿੱਤੀ ਗਈ ਆ, ਇੱਕ ਫਾਰਮਲ ਪੈਂਟ ਦਿੱਤੀ ਗਈ ਆ, ਇੱਕ ਸ਼ਰਟ ਦਿੱਤੀ ਗਈ ਆ, ਟੀ-ਸ਼ਰਟ ਦਿੱਤੀ ਆ, ਉਹ ਵੀ ਖਰਾਬ ਸੀ। ਤੇ ਕਿੰਨੇ 4 ਕੱਪੜੇ ਜਿਹੜੇ ਤੁਹਾਨੂੰ ਦਿੱਤੇ? 4 ਕੱਪੜੇ ਦਿੱਤੇ ਗਏ, ਤੁਸੀਂ ਪੈਸਾ ਕਿੰਨਾ ਦਿੱਤਾ ਉਹ 4 ਕੱਪੜਿਆਂ ਦਾ? 10,000। ਹਰਦੀਪ ਜੀ 4 ਕੱਪੜੇ, ਪੈਂਟ ਸ਼ਰਟ ਟੀ-ਸ਼ਰਟ। ਮੈਂ ਤੁਹਾਨੂੰ ਪਹਿਲਾਂ ਕਲੀਅਰ ਕੀਤਾ, ਬ੍ਰਾਂਡ ਦੇ ਪ੍ਰਾਈਸ ਦੇ ਅਕੋਰਡਿੰਗ ਹਰ ਇੱਕ ਚੀਜ਼ਾਂ ਹੁੰਦੀਆਂ ਨੇ। ਇਹਦਾ ਇੱਕ ਮਿੰਟ ਬੇਟਾ, ਜਾਂ ਤੁਸੀਂ ਬੋਲੋ ਜਾਂ ਮੈਂ ਬੋਲਣਾ, ਉਹਨਾਂ ਨੂੰ ਬੋਲਣ ਦੇ। ਹਾਂਜੀ, ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕੀਤਾ, ਇੱਕ ਬ੍ਰਾਂਡ ਦੇ ਅਕੋਰਡਿੰਗ ਉਹਦਾ ਪ੍ਰਾਈਸ ਰਹੇਗਾ, ਉਸ ਦੇ ਅਕੋਰਡਿੰਗ ਉਹਨੂੰ ਚੀਜ਼ਾਂ ਮਿਲਣਗੀਆਂ। ਮੰਨ ਲਓ ਮਤਲਬ 4 ਚੀਜ਼ਾਂ ਤਾਂ ਉਹਦਾ ਬ੍ਰਾਂਡ ਅਮਾਉਂਟ ਜਿਹੜੀ ਉਹ 10,000 ਰੁਪਏ। ਹਾਂਜੀ ਸਰ, 8800 ਪਰਚੇਜ਼ ਰਹਿੰਦੀ ਹੈ, ਬਾਕੀ ਉਹਦੀ GST ਵਗੈਰਾ। ਆਪਣਾ ਦੇਖ ਲਓ ਜੀ, ਤੁਸੀਂ ਅੰਦਰ ਗੱਲਬਾਤ ਕੀ ਨਾ ਹੋਈ ਹੈ ਤੁਹਾਡੀ? ਉਹ ਮੈਡਮ ਨਾਲ ਹੋਈ ਹੈ ਜੀ, ਉਹ ਕਹਿੰਦੇ ਅਸੀਂ ਮੈਨੇਜਰ ਹੈਗੇ। ਹਾਂਜੀ, ਉਹ ਜਿਹੜੇ ਮੈਡਮ ਅੰਦਰ ਜਿਹੜੇ ਕੈਬਨ ਚ ਲੈ ਕੇ ਗਏ ਸੀ ਆਪਾਂ। वो सीमा मैम थी। ਕੀ ਗੱਲ ਕੀ ਹੋਈ ਹੈ ਅੰਦਰ ਹੁਣ? अंदर गल वो पूछ रही थी और मतलब बात कर रही थी हम लोगों से, किसके पैसे हैं, कैसे हैं। मैं अपने ऊपर बात करके तब बताती हूँ। उन्होंने ये बताया। ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਬੱਚੇ ਇੱਥੇ ਕੰਮ ਕਰ ਰਹੇ ਹੈ ਐਜ਼ ਏ ਡਿਸਟ੍ਰੀਬਿਊਟਰ ਲੈਵਲ ਤੇ ਹੈ। ਇਹਨਾਂ ਦੇ ਉੱਤੇ ਕੋਈ ਬੌਸ ਹੈ ਨਹੀਂ, ਇਹ ਆਪਣੀ ਮਰਜ਼ੀ ਨਾਲ ਇਹਨਾਂ ਨੇ ਕਮਿਸ਼ਨ ਬੇਸ ਤੇ ਆਪਣਾ ਬਿਜ਼ਨਸ ਚੂਜ਼ ਕੀਤਾ ਹੈ, ਠੀਕ ਹੈ। ਤੇ ਇਹਦੇ ਵਿੱਚ ਇੱਕ ਵੀ ਪਰਸਨ ਇਦਾਂ ਦਾ ਨਹੀਂ ਮਿਲਣਾ ਜਿਹਨੂੰ ਆਪਣਾ ਪ੍ਰੋਡਕਟ ਨਾ ਮਿਲਿਆ ਹੋਵੇ। ਸਾਰਿਆਂ ਨੂੰ ਤੁਸੀਂ ਬਾਹਰੋਂ ਇੱਕ ਬੋਟਲ ਵੀ ਪਰਚੇਜ ਕਰਦੇ ਹੋ, ਤੁਹਾਨੂੰ ਪਰਚੇਜ ਦੇ ਬਦਲੇ ਮੈਨੂੰ ਲੱਗਦਾ ਪੈਸੇ ਦੋਗੇ ਤੇ ਨਾਲ ਦੀ ਨਾਲ ਪਾਣੀ ਦੀ ਬੋਟਲ ਮਿਲ ਜਾਂਦੀ ਹੈ। ਉਸੇ ਅਕੋਰਡਿੰਗ ਕਿਸੇ ਨੇ ਵੀ ਪੈਸਾ ਜਮ੍ਹਾਂ ਕਰਵਾਇਆ, ਜੇ ਇੰਡਸਟਰੀ ਦੇ ਵਿੱਚ ਜਮ੍ਹਾਂ ਕਰਵਾਇਆ, ਕਾਊਂਟਰ ਦੇ ਉੱਤੇ ਜਮ੍ਹਾਂ ਕਰਵਾਇਆ, ਉਹਨੂੰ ਨਾਲ ਦੀ ਨਾਲ ਪ੍ਰੋਡਕਟ ਮਿਲਿਆ, 100% ਮਿਲਿਆ। ਪ੍ਰੋਡਕਟ ਦੀ ਦੇਖੋ ਜੀ, ਬ੍ਰਾਂਡ ਦੀ ਜਿਹੜੀ ਅਮਾਊਂਟ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਪੈਂਟ ਦੀ ਅਲੱਗ ਹੋਊਗੀ, ਸ਼ਰਟ ਦੀ ਅਲੱਗ, ਟੀ-ਸ਼ਰਟ ਦੀ ਅਲੱਗ ਹੋਊਗੀ। ਬ੍ਰਾਂਡਡ ਕੱਪੜੇ ਮਹਿੰਗੇ ਹੀ ਹੁੰਦੇ ਆ, ਤੁਹਾਨੂੰ ਪਤਾ ਹੀ ਹੈ। ਤੇ ਇਹ 11,000 ਹੈ ਜਾਂ ਕੋਈ 30,000 ਹੈ ਜਾਂ 50,000 ਹੈ, ਕੋਈ 70,000 ਹੈ, ਕੋਈ ਵੀ ਅਮਾਊਂਟ ਹੈ ਤੇ ਉਹਨੂੰ ਬਕਾਇਦਾ ਇੱਕ ਸਲਿੱਪ ਸਾਰੀ ਇਨਵੋਇਸ ਜਨਰੇਟ ਹੁੰਦੀ ਹੈ ਇੰਡਸਟਰੀ ਦੇ ਵਿੱਚੋਂ, ਕਾਊਂਟਰ ਤੋਂ ਉੱਤੋਂ, ਜਿੱਥੋਂ ਇਹ ਪ੍ਰੋਡਕਟ ਉਹਨੂੰ ਮਿਲਿਆ। ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮਤਲਬ ਸਾਨੂੰ ਸਾਈਨ ਕਰਵਾ ਲੈਂਦੇ, ਸਾਨੂੰ ਪੜ੍ਹਾਉਂਦੇ ਨਹੀਂ ਹੈਗੇ। ਇਹ ਸੱਚ ਹੈ? ਦੇਖੋ ਜੀ, ਹਾਂ ਐਵੇਂ ਨਹੀਂ ਹੁੰਦਾ, ਕੋਈ ਐਵੇਂ ਤੁਹਾਡੇ ਕੋਲ ਤੁਸੀਂ ਅਨਪੜ੍ਹਤਾ ਹੈ ਨਹੀਂ, ਸਾਰੇ ਪੜ੍ਹੇ ਲਿਖੇ ਬੰਦੇ ਹੈ। ਕੋਈ ਇੱਥੇ ਮੈਨੂੰ ਲੱਗਦਾ ਨਹੀਂ ਕਿ ਕੋਈ 5ਵੀਂ ਪਾਸ ਵੀ ਨਾ ਹੋਊਗਾ, ਸਾਰੇ ਬੰਦੇ ਪੜ੍ਹੇ ਲਿਖੇ ਹੁੰਦੇ ਆ। ਸਾਈਨ ਜਿਹੜੀ ਚੀਜ਼ ਹੈ ਨਾ, ਉਹ ਬਹੁਤ ਵੱਡੀ ਚੀਜ਼ ਹੈ। ਹਰ ਬੰਦਾ ਸਾਈਨ ਦੇਖ ਕੇ ਕਰਦਾ ਹੈ। ਅੱਛਾ ਸੀਮਾ ਮੈਮ ਜੀ, ਪੈਨ ਕਾਰਡ ਬਣਵਾ ਸਕਦੇ ਹੋ ਤੁਸੀਂ? ਪੈਨ ਕਾਰਡ ਦਾ ਕੀ ਹੈ?
ਵਿਦਆਊਟ ਤੁਸੀਂ ਫੋਟੋ ਕਿਸ ਤਰ੍ਹਾਂ ਵਿਦਆਊਟ ਫੋਟੋ ਕਿੱਦਾਂ ਬਣਦੇ? ਵਿਦਆਊਟ ਫੋਟੋ ਮੈਮ ਵਿਦਆਊਟ ਫੋਟੋ ਤਾਂ ਕੋਈ ਵੀ ਮੈਨੂੰ ਲੱਗਦਾ ਹੈ ਕਿ ਡਾਕੂਮੈਂਟ ਜਮ੍ਹਾਂ ਨਹੀਂ ਹੋਇਆ ਹੋਣਾ ਕਾਊਂਟਰ ਤੇ, ਕਿਉਂਕਿ ਅੱਗੇ ਵੈਰੀਫਾਈ ਨਹੀਂ ਕਰਦੇ ਹੋ ਜਦੋਂ ਤੱਕ ਇਹਨਾਂ ਦੇ ਡਾਕੂਮੈਂਟਸ ਪੈਸੇ ਹੋਏ 17 ਸਾਲ ਦੇ ਬੱਚੇ ਹੈ, ਪੈਨ ਕਾਰਡ ਬਣ ਗਏ ਉਹਨਾਂ ਦੇ, ਹੋ ਹੀ ਨਹੀਂ ਸਕਦਾ ਉਹਨਾਂ ਨੂੰ ਇਹ ਲਈ ਫਿਰਦੇ ਕਾਊਂਟਰ ਤੇ। ਆਏ ਇਹਨਾਂ ਨੇ ਸਾਰੇ ਪ੍ਰੂਫ ਦਿਖਾਏ ਜੀ। ਮੰਨ ਕੇ ਚੱਲੋ ਜੀ ਕਿਸੇ ਦਾ 17 ਸਾਲ ਦਾ ਪੈਨ ਕਾਰਡ ਬਣਦਾ ਹਨਾ, ਉਹ ਪੈਨ ਕਾਰਡ ਬਣਾਉਣ ਵਾਲਾ ਕੌਣ ਆ? ਉਹ ਕਹਿੰਦੇ ਕੰਪਨੀ ਵਿਨਮੋ ਕੰਪਨੀ ਨੇ ਬਣਾਇਆ। ਕੌਣ ਬਣਾਏਗਾ ਅਵਿਨਮੋ ਤਾਂ ਬਣਾ ਹੀ ਨਹੀਂ ਰਹੀ ਹੈ ਇੱਕ ਮਿੰਟ, ਕੌਣ ਬਣਾਉਣ ਵਾਲਾ ਕੌਣ ਆ? ਅਵਿਨਮੋ ਗਵਰਨਮੈਂਟ ਆ? ਦੱਸੋ ਮੈਨੂੰ। ਇਹ ਉਹ ਕਹਿੰਦੇ ਤੁਸੀਂ ਸਾਨੂੰ ਦਿੱਤਾ, ਅਸੀਂ ਕਿਵੇਂ ਕਰ ਦਾਂਗੇ? ਅਸੀਂ ਕਿਵੇਂ ਕਰ ਦਾਂਗੇ? ਤੁਸੀਂ ਮੇਰਾ ਬਣਾ ਦਿਓ ਪੈਨ ਕਾਰਡ। ਇਹ ਤਾਂ ਬੱਚਿਆਂ ਵਾਲੀ ਗੱਲ ਹੋਈ ਨਾ, ਬੱਚੇ ਐਵੇਂ ਗੱਲ ਕਰਦੇ ਹੁੰਦੇ ਆ ਵੀ ਪੈਨ ਕਾਰਡ ਅਸੀਂ ਬਣਾ ਦੇ। ਇਹ ਅੰਡਰ ਗਵਰਨਮੈਂਟ ਜਿਹੜੇ ਡਾਕੂਮੈਂਟਸ ਨੇ ਉਹ ਗਵਰਨਮੈਂਟ ਹੀ ਅਪਲਾਈ ਕਰ ਸਕਦੀ ਹੈ, ਜਾਂ ਤੁਸੀਂ ਨਹੀਂ ਕਰ ਸਕਦੇ, ਮੈਂ ਨਹੀਂ ਕਰ ਸਕਦੀ। ਹਾਂ ਪਰ ਇਹਨਾਂ ਹੁਣ ਕਹਿਣ ਨੂੰ ਤਾਂ ਮੈਂ ਕਹਿੰਦਾ ਜੀ ਕੋਈ ਵੀ ਬੰਦਾ ਇੱਥੇ ਕੋਈ ਇਲੀਗਲ ਕੰਮ ਐਲੀਗੇਸ਼ਨ ਇਹ ਐਲੀਗੇਸ਼ਨ ਇਲੀਗਲ ਕੰਮ ਕਰ ਰਿਹਾ ਉਹਦੇ ਚ ਆਪਾਂ ਤੇ ਐਲੀਗੇਸ਼ਨ ਤੇ ਹਾਂਜੀ ਹਾਂਜੀ ਤੇ ਹੁਣ ਇਹਨਾਂ ਦਾ ਕੀ ਕੀਤਾ ਜਾਊਗਾ ਮੈਨੇ ਬੱਚਿਆਂ ਦਾ एक जीन मिला, एक शर्ट मिला और टी शर्ट मिला है। तीन कपड़े। हाँ जी बस। ਹੋ ਹੀ ਨਹੀਂ ਸਕਦਾ ਸਰ। ਇਹਨਾਂ ਦੀ ਇਨਵੋਇਸ ਮੰਗਵਾਓ ਜਿਹੜੀ ਇਹਨਾਂ ਨੂੰ ਕਾਊਂਟਰ ਤੋਂ ਮਿਲੀ ਹੈ। ਸਰ ਹੈ ਮੈਡਮ ਹੈ ਸਾਲ ਹੋ ਗਿਆ ਆਪਣੇ ਪਾਸ ਇਨਕੇ। 1 ਸਾਲ ਤੋਂ ਜੁਆਇਨਿੰਗ ਹੈ, ਇਨਵੋਇਸ ਨਹੀਂ ਮਿਲੀ, ਐਵੇਂ ਹੋ ਹੀ ਨਹੀਂ ਸਕਦਾ। ਦੇਖੋ ਬੱਚੇ ਪਤਾ ਕੀ ਆ, ਸਾਲ ਹੋ ਗਿਆ ਤੁਹਾਨੂੰ, ਹਾਂ ਸਾਲ ਹੋ ਗਿਆ ਤੁਹਾਨੂੰ ਹਨਾ, ਸਾਲ ਦੇ ਵਿੱਚ ਜੇ ਤੁਹਾਨੂੰ ਇੰਨਾ ਹੀ ਕੁਝ ਲੱਗਦਾ ਹੁੰਦਾ ਕੰਪਨੀ ਫਰੋਡ ਹੈ, ਤੁਸੀਂ ਸਾਲ ਪਹਿਲਾਂ ਹੀ ਨਾ ਕੰਮ ਕਰਦੇ। ਦੂਜੀ ਗੱਲ ਦੇਖੋ, ਆਪਾਂ ਲੀਗਲ ਕੰਮ ਕਰ ਰਹੇ ਹਾਂ, ਤੁਸੀਂ ਚਾਹੇ ਕਿਸੇ ਵੀ ਸੀਓ ਤੋਂ ਕਢਵਾ ਲਓ ਕੰਪਨੀ ਡਿਟੇਲ, ਚਾਹੇ ਕਿਸੇ ਤੋਂ ਕੰਪਨੀ ਡਿਟੇਲ ਕਢਵਾਓ, ਠੀਕ ਆ। ਜਿਹੜੀ ਚੀਜ਼ ਹੈਗੀ ਆ ਉਹੀ ਚੀਜ਼ ਰਹੇਗੀ, ਸਿਸਟਮ ਕਦੇ ਵੀ ਚੇਂਜ ਨਹੀਂ ਹੋਏਗਾ ਸਾਡਾ। ਅੱਛਾ ਮੈਂ ਕਹਿੰਦਾ ਤੁਸੀਂ ਜਿੰਨਾ ਮਰਜ਼ੀ ਬਣਾਓ। ਹਾਂਜੀ ਹਾਂਜੀ ਕੰਪਨੀ ਲੀਗਲੀ ਜੇ ਹੀ ਕੰਪਨੀ ਲੀਗਲ ਚੱਲੂਗੀ। ਹੋਵੰਦੀ ਤਾਂ ਆਪਾਂ ਤੁਹਾਡੇ ਅੱਗੇ ਨਹੀਂ ਆਉਣਾ ਸੀਗਾ ਹੈ, ਜੇ ਫਰੋਡ ਹੀ ਹੁੰਦੀ, ਕਿਉਂਕਿ ਮੈਨੂੰ ਵੀ ਆਦੀ ਇੱਜ਼ਤ ਪਿਆਰੀ ਆ। ਕੰਪਨੀ ਫਰੋਡ ਹੁੰਦੀ ਤਾਂ ਇੱਥੇ ਨਾ ਹੁੰਦੀ। ਅੱਜ 5 ਸਾਲ ਤੋਂ ਕੰਮ ਕਰ ਰਹੀ ਹੈ ਕੰਪਨੀ ਦੀ, ਬ੍ਰਾਂਚਾਂ ਓਪਨ ਨੇ, ਸ਼ੋਰੂਮਸ ਓਪਨ ਨੇ। ਤੁਸੀਂ ਜਾ ਕੇ ਪ੍ਰੋਪਰਲੀ ਇੱਕ ਡਿਟੇਲ ਕਢਵਾਓ ਡਾਕੂਮੈਂਟਸ ਲੈ ਕੇ। ਜੇ ਤੁਹਾਨੂੰ ਕਿਤੇ ਵੀ ਲੱਗਦਾ ਹੈ ਤੁਸੀਂ ਆਪਣੀ ਕਾਰਵਾਈ ਕਰ ਸਕਦੇ ਹੋ। ਸਹੀ ਹੈ ਜੀ। ਅੱਜ ਕੀ ਨਾਮ ਹੈ ਤੁਹਾਡਾ ਜੀ? मेरा नाम दीपक है सर। ਜੀ ਕੀ ਹੋਇਆ, ਕੀ ਮਾਮਲਾ ਕੀ? सर मेरा एक फ्रेंड है, उसका नाम है नितिन शुक्ला। तो उसने मेरे को बुलाया कि भाई मैं तेरी अच्छी जॉब लगवा दूंगा, मैं स्टडी भी करता हूँ सर। तो उसने बोला कि स्टडी के साथ साथ तेरे का वर्क भी मैं दिला दूंगा। तो उसने मेरे को बुलाया कि यहाँ पे एक कंपनी है, तो पहले वहाँ पे आ जा। 500 रुपये मेरे से लिए गए। वहाँ पे 3 दिन की ट्रेनिंग मेरे को अटेंड कराई गई। कौन सी कंपनी है? अविनमो इंडिया मार्केट। किस जगह पे? ये सर अपना ढांगा रोड, ग्रीन सिटी। और वहाँ पे हम लोग जाते हैं सर, तो वहाँ पे हमारी 3 दिन की ट्रेनिंग अटेंड की जाती है। तो उसमें फर्स्ट डे में तो सर वहाँ पे अच्छे से वहाँ पे क्या करते हैं ना, माइंड वॉश करते हैं। माइंड वॉश में करते हैं, वो बोलेंगे कि वहाँ पे जो सर जो गवर्नमेंट जॉब होती है, तो गवर्नमेंट जॉब को ही वहाँ पे गलत ठहराया जाता है कि बोलते हैं, क्योंकि सर वहाँ पे थोड़े बहुत उन लोगों के आर्मी पर्सन होते हैं, वहाँ पे ज्वाइन होते हैं, जो अलग से ही वहाँ पे खरीदे होते हैं। तो वो क्या बोलते हैं कि यहाँ पे देखो आर्मी वाले भी यहाँ पे आते हैं, पहले वहाँ पे इतनी करके आए, ड्यूटी करके आए, आप लोग भी आओ, ठीक है। वहाँ पे बोला जाता है। फिर सेकंड डे हम लगाने जाते हैं, तो सेकंड डे में सर पता लगता है वहाँ पे पैसे लगते हैं। तो वहाँ पे मैंने अपने फ्रेंड से पूछा भाई पैसे किस चीज़ के लगते हैं, तो उसने बोला कि भाई यहाँ पे जो स्टॉक होता है वो तेरे को परचेज करना पड़ेगा। किस चीज का स्टॉक होता है? वो सर कपड़े का स्टॉक होता है। हाँ जी। कितने पैसे आपने दिए? सर मैंने 90,000 रुपये पैसे दिए। 90,000 की? हाँ जी सर। स्टॉक का कौन सी स्टॉक की बात कर रहे हैं? स्टॉक सर कपड़े का जो स्टॉक होता है उस वहाँ पे सर एक ड्रेसअप मिलता है जो हमें यूज़ करने को दिया जाता है कि आप उसको यूज़ करो, तो उससे क्या होगा आपकी नेटवर्क बनेगी। तो फिर उन्होंने क्या बोला, जो हमारे जो बाकी के स्टॉक थे वो उन्हीं के पास है। तो कहते हैं कि जब आप ज्वाइनिंग कराओगे तब जाके आपके ये स्टॉक वहाँ पे बिकेंगे, तब आपको वहाँ पे इनकम आएगी। तो मेरे दोस्त ने बोला कि भाई जो तू ज्वाइनिंग कराएगा तो उसके तेरे को उसके इतने पैसे मिलेंगे, वहाँ पे ये बोला जाता है। फिर सर थर्ड डे में बताया जाता है, वहाँ पे 3 रैंक बताई जाती है। थर्ड डे में बताया जाता है कि एक आपकी RM है, एक SRM है और एक AM है। तो वहाँ पे रैंक के वहाँ पे होते हैं परचेज शो। तो परचेज होती है 11,000 RM से, 40,000 होता है वो होता है SRM से, और 70,000 होता है वो AM से होता है। तो वहाँ पे सर वहाँ पे क्या बोलते हैं, वहाँ ब्रेन वॉश करके वहाँ पे हमारे फ्रेंड ही हमें बोलते हैं कि भाई तेरे लिए ये फील्ड बहुत अच्छी है, तो यहाँ पे 70,000 लगा तो तेरे कवर मैं कराऊँगा। तो अब मैंने उस पर बिलीव करके मैंने वहाँ पे 90,000 रुपये मैंने वहाँ पे लगाए। जब 90,000 दिया, कैश दिया या ऑनलाइन दिया? सर 60,000 मैंने ऑनलाइन दिया और 30,000 मैंने कैश दिया। ये प्रूफ है आपके पास? हाँ जी सर प्रूफ है। 60,000 मैंने ऑनलाइन दिया था और बाकी जो
30,000 था, वो मैंने कैश दिया था। सर मेरा नाम दीपक जायसवाल है सर, मैं टंडारी में रहता हूँ सर। सर मैंने ना एक बार सोशल मीडिया में इंस्टा में देखा था, एक टैक्स था जिसमें सर जॉब के बारे में लिखा पड़ा था, उसमें एक नंबर था। तो मैंने सर उसमें कॉल लगाया सर, फिर वो एक अविनमो कंपनी के किसी मेंबर का नंबर था। उन्होंने बोला कि हमारे पास जॉब है। तो मैं उनके बताया लोकेशन में गया सर, उनके बताया लोकेशन में गया तो उन्होंने मेरे को बताया कि यहाँ पर 500 रुपये फ़ीस लगेगी, ठीक है, फिर आपका फॉर्म फिलअप होगा। तो उस टाइम मेरे पास 500 रुपये थे, तो मैंने अपने 500 रुपये के फॉर्म फिलअप करवा लिए। ओके सर। उसके बाद वहाँ पर सर 3 दिन की ट्रेनिंग भी बताई गई थी, यहाँ पर आपको 3 दिन की ट्रेनिंग लगानी पड़ेगी। तो सर मैंने 3 दिन की ट्रेनिंग भी लगा ली सर। पहले 3 दिन की ट्रेनिंग में ना सर वो उन्होंने बस हमें स्टडी के बारे में बताया था, जो हम स्कूल में पढ़ते थे वही सर उन्होंने मेरे को बताया था सर। टारगेट के बारे में बताया था, थ्योरी के बारे में, जो कि हम स्कूल में ही पढ़े। फिर तभी सर हमने उन्होंने कुछ नहीं बोला। उनके बाद वो सेकंड डे में सर उन्होंने आर्मी वालों के लिए, गवर्नमेंट जॉब वालों के लिए बहुत गलत बोला था कि ये सब बेकार होता है गवर्नमेंट जॉब, इनका कोई फ़ायदा नहीं होता है। जबकि एक स्टूडेंट का सपना ही होता है एक सरकारी स्कूल में पढ़ के गवर्नमेंट ऑफिसर बनने का। ओके सर। फिर उनके पास आर्मी पर्सन भी थे जो रिटायर हो चुके हैं। फिर वो बताते हैं देखो आर्मी में ये लोग गए हैं, रिटायर होकर दोबारा इधर आए हैं, हमारे आर्मी में जाने का कोई फ़ायदा नहीं है। ऐसा करके सर हमारा माइंड वॉश कर देते हैं। दूसरा सर फिर वो हमें ना बताते हैं कि यहाँ पर परचेस भी होता है। फिर सर पहले तो बताते हैं यहाँ पर परचेस एक बार होता है, ज़िंदगी में कभी पैसा नहीं लगाना होता है। फिर वो बताते हैं कि यहाँ पर एक बार परचेस करने के बाद आपको एक कपड़े मिलेंगे। परचेसिंग बताते हैं 11,000, 40,000, 70,000। फिर इन सब के बारे में बताते हैं कि आप 11,000 लगाओगे तो फिर आपको ये मिलेगा, इतना बेनिफिट होगा। 40,000 लगाओगे ये मिलेगा, इतना बेनिफिट होगा। 70,000 लगाओगे ये लगाओगे तो मतलब इतना बेनिफिट होगा। फिर उन्होंने बताया इनका लगाने के बाद आपको है ना और बंदे इधर लेके आने हैं। आपने टोटल कितने पैसे दिए? मेरे टोटल 1,05,000 रुपये लग गए इस कंपनी में। आपने किसी से बात नहीं की है कोई कंपनी का? सर वहाँ पर ओनर तो आता नहीं था, कंपनी के मैनेजर होते थे। एक होते थे BM, एक होते थे BDM। BM ब्रांच मैनेजर, वो भी जल्दी बात नहीं करते थे, बस BDM बात करते थे। वो भी उनके लिए स्पेशली बात करना होता था, जल्दी बात नहीं करते थे वे। उनके पास वहाँ पर बोला जाता है कंपनी बहुत अच्छी है, आप पैसा लगाओ, हम आपके साथ हैं, आपके पैसे हम बाहर निकालेंगे, दुगने पैसे आएंगे। अगर आप 1 महीने में इतने बंदे जोड़ दोगे तो हम आपको सबके सामने आपके मम्मी पापा के साथ सम्मानित करके एक फ़ोन भी गिफ्ट करेंगे। सर वो कोई डॉक्यूमेंट दिया नहीं उन्होंने डॉक्यूमेंट नहीं दिया था। ज्वाइन होने के बाद बस उन्होंने मेरे को ये दिया था लाइसेंस। ये बोलते कि अगर आप ये लाइसेंस आपकी पहचान है कि आप अविनमो कंपनी में काम करते हो। उनके बाद सर पैसा लगाने के बाद उन्होंने बोला अगर आपको और पैसे कमाने हैं आप और बंदे लेके आओ। फिर उनकी भी ऐसा ट्रेनिंग लगाओ, उनको भी बोलो पैसा लगाएं, और वो भी अगले को बोलेंगे। ऐसे करके चेन सिस्टम बना दिए। उन्होंने ट्रेनिंग में बताया था कि यहाँ पर चेन सिस्टम नहीं है। पैसा लगाने के बाद पता चला ये चेन ही सिस्टम है और ये नेटवर्क मार्केटिंग है। और सर यहाँ पर तो सिर्फ 20 लोग हैं। क्लियर बताऊँ सर, एक ज़िले में कम से कम 500 प्लस लोग वहाँ पर फंसे होंगे, 500 लोग प्लस। और सर ये लोग है ना यूपी, बिहार, राजस्थान से भी लोगों को बुला के यहाँ पर पीजी दिला के ऐसे फंसा देते हैं। तो आपको कौन लेके गया था? सर यहाँ पर तो मेरी फ्रेंड है, वो भी मेरी तरह वहाँ पर काम करती थी, करिश्मा नाम था। वो भी फंस चुकी थी, बट वो लड़की थी, उसको पैसे निकालने थे तो वो भी किसी और को वहाँ पर फंसाना चाहती थी और उसने मेरे को फंसा दिया। और मेरे वहाँ पर 1,05,000 रुपये लग गए। और मेरे को अभी भी वहाँ से बोला जाता है कि अगर पैसे निकालने हैं तो और बंदे को लेके आ जा, अदरवाइज़ तेरे पैसे नहीं मिलेंगे। अगर मैं बंदे लेके आऊँगा वहाँ मेरे पैसे नहीं निकलेंगे, वहाँ पर मेरे को बस एक कमीशन मिलेगी। वो कमीशन कभी मेरे 1,05,000 को पूरा नहीं कर पाएगा। अगर मेरे को 1,05,000 उस कंपनी से कमाना होगा तो मेरे को कम से कम 100 से 150 लोगों को वहाँ पर ज्वाइन करवाना होगा। मतलब कि 100 से 150 लोगों का पैसा मेरे को वहाँ फंसाना होगा, उसके बाद मेरे को मेरे पैसे मिलेंगे और मेरी मेहनत कुछ नहीं। आप सभी उस कंपनी में ना फंसे और हमारी सपोर्ट करें। हमारे माँ बाप ने हमारे पैसे बहुत मुश्किल से लगाए थे। मैं एक मिडिल क्लास फैमिली का लड़का हूँ। मैंने जो 1,05,000 लगाया है वो लगाने के बाद सर मैं कभी भी खुश नहीं हूँ। प्लीज़ मेरे पैसे वहाँ से निकाला जाए। और मैं बाकियों को भी कहना चाहूँगा वैसी कंपनी से ना फंसे, मेहनत का कमाए और मेहनत का खाए।